सतनाम। श्री वाहिगुरु साहिब जी। एक ओंकार सतनाम। करता पुरख निरभउ निर्वैर अकाल मूरत अजूनी सैभं गुर प्रसाद। हम अवगुण भरे एक गुण नाही, अमृत छाड़ बिखै बिख खाए। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तेह मलंत जम त्रास मिटाई। एक अरदास पाठ कीरत की, गुरु रामदास रखो सरनाई। कामी क्रोधी चातुरी बाजीगर बेकाम। निंदा करते जन्म सिरानो, कबहु ना सिमरियो राम। निंदा करते जन्म सिरानो, कबहु ना सिमरियो राम। सतनाम। धन वाहिगुरु साहिब जी। गुर की चाल गुरु ते जापै। पूरा सेवक शब्द सियापै। गुर की चाल गुरु ते जापै। पूरा सेवक
ਸ਼ਬਦ ਸਿਆਪੈ ਸਦਾ ਸ਼ਬਦ ਰਵੈ ਘਟ ਅੰਤਰ ਰਸਨਾ ਰਸ ਚਾਖੈ ਸਚ ਸੋਈ ਹਉ ਮੈਂ ਮਾਰੀ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੈ ਔਰ ਤਾਰੇ ਏਕਸ ਬਿਨ ਹਾਂ ਹੋਰ ਨ ਜਾਣਾ ਸਹਜੇ ਹੋਏ ਸੋ ਹੋਈ ਬਿਨ ਸਤਿਗੁਰ ਸਹਜ ਕਿਨੈ ਨਹੀਂ ਪਾਇਆ ਗੁਰਮੁਖ ਬੂਝੈ ਸੱਚ ਸਮਾਇਆ ਸੱਚਾ ਸੇਵ ਸ਼ਬਦ ਸਚ ਰਾਤੇ ਹਉ ਮੈਂ ਸ਼ਬਦੇ ਖੋਈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵਹਿ ਪੱਕੀ ਸਾਰੀ ਨਾਨਕ ਨਾਮ ਸਮਾਵਹਿ ਸਾਚੈ ਸਾਚੇ ਤੇ ਪਤ ਹੋਈ ਹੈ ਨਾਨਕ ਨਾਮ ਸਮਾਵਹਿ ਸਾਚੈ ਸਾਚੇ ਤੇ ਪਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਚਬਰ ਛਤਰ ਅਤੇ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾਂ ਭਰਪੂਰ ਨਾਮ ਬਾਣੀ ਦੇ ਬੋਹਿਤ ਲੋਕ ਤੇ ਪਰਲੋਕ ਦੇ ਸਹਾਇਕ ਸਰਬਰ ਕਾਨੂੰਨ ਕਰਤਾ ਜੁਗੋ ਜੁਗ ਅਟਲ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦਿਨ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਦਾ ਸਿੱਖ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਪਹੁੰਚਦਾ ਹੈ, ਭਾਵੇਂ ਮੌਸਮ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੀਂਹ ਵਾਲਾ ਹੋਵੇ, ਕੱਕਰ ਹੋਵੇ ਤੇ ਭਾਵੇਂ ਬਰਫ਼ ਪੈਂਦੀ ਹੋਵੇ,
ਗੁਰਸਿੱਖ ਗੁਰ ਦੇਖਣ ਜਾਈ। ਗੁਰੂ ਦਾ ਸਿੱਖ ਗੁਰੂ ਨੂੰ ਦੇਖਣ ਵਾਸਤੇ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹੋ ਜਿਹੇ ਗੁਰਸਿੱਖਾਂ ਦੇ ਉੱਪਰੋਂ ਜਿਹੜੇ ਭਾਵਨਾ ਸਹਿਤ ਦਰਸ਼ਨਾਂ ਦੀ ਤਾਂਘ ਦੇ ਲਈ ਆਉਂਦੇ ਨੇ, ਕਹਿੰਦੇ ਮੈਂ ਉਸ ਗੁਰਸਿੱਖ ਤੋਂ, ਉਹਨਾਂ ਜਗਿਆਸੂਆਂ ਤੋਂ ਸਦਕੇ ਜਾਨਾ ਹਾਂ, ਬਲਿਹਾਰਨੇ ਜਾਨਾ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਸ ਜਗਿਆਸੂ ਨੂੰ ਦਰਸ਼ਨਾਂ ਦੀ ਪਿਆਸ ਹੈ, ਨਾਨਕ ਬਲ ਬਲ ਜਾਸਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰਨੇ ਜਾਨਾ, ਬਲਿਹਾਰਨੇ ਜਾਨਾ, ਬਲ ਬਲ ਜਾਸਾ। ਮਾਲਕ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਸਦਕਾ ਦਿਨ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬੜੇ ਪ੍ਰੇਮ ਸਤਿਕਾਰ ਭਾਵਨਾ ਸਹਿਤ ਗੁਰੂ ਸਵਾਰੇ ਰਾਗੀ ਸਾਹਿਬਾਨ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲੈਹੂ ਵਡਿਆਈ। ਕਿ ਹੇ ਮਾਲਕ ਜੀ, ਮੈਂ ਗਰੀਬ ਤੇਰੇ ਦਰ ਤੇ ਨਿਮਾਣਾ ਹੋ ਕੇ ਆਇਆ ਹਾਂ, ਤੇ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ। ਬੇਨਤੀ ਕਰਨ ਦੀ ਜਾਚ ਇਸ ਪਾਵਨ ਸ਼ਬਦ ਦੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਨੂੰ ਸਿਖਾ ਰਹੇ ਸਨ ਕਿ ਕਿਵੇਂ ਮਾਲਕ ਜੀ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕਰਨੀ ਹੈ। ਆਓ ਗੁਰੂ ਪਿਆਰੀ ਸਾਧ ਸੰਗਤ, ਸਮਾਂ ਹੋਇਆ ਲੜੀਵਾਰ ਸ਼ਬਦ ਵਿਚਾਰ ਦਾ। ਵਿਚਾਰ ਦੇ ਅਧੀਨ ਜੋ ਸ਼ਬਦ ਦੀਆਂ ਪੰਕਤੀਆਂ ਆਪ ਜੀ ਨੇ ਹੁਣੇ ਸਰਵਣ ਕੀਤੀਆਂ ਹਨ, ਇਹ ਪਾਵਨ ਸ਼ਬਦ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮਾਰੂ ਸੋਹਲਿਆਂ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 1045 ਦੇ ਉੱਤੇ ਸੁਭਾਏਮਾਨ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕੀ ਬਖਸ਼ਿਸ਼ ਕਰ ਰਹੇ ਹੈ, ਪਾਵਨ ਸ਼ਬਦ ਅੰਦਰ ਕਿਵੇਂ ਸਾਨੂੰ ਸਮਝਾ ਰਹੇ ਹਨ। ਸ਼ਬਦ ਦੇ ਨਾਲ ਸੁਰਤ ਨੂੰ ਜੋੜਨ ਦੇ ਲਈ ਗੁਰੂ ਜੀ ਦੇ ਹਜ਼ੂਰ ਰਬਾਓ ਹਾਜ਼ਰੀ, ਪ੍ਰੇਮ ਸਤਿਕਾਰ ਭਾਵਨਾ ਅਦਬ ਸਾਹਿਤ ਮਾਲਕ ਜੀ ਦੇ ਚਰਨਾਂ ਨਾਲ ਜੁੜੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਕੀ ਚਾਲ ਗੁਰੂ ਤੇ ਜਾਪੈ, ਚਾਲ ਗੁਰੂ ਦੀ ਜਿਹੜੀ ਹੈ, ਚਾਲ ਮੀਨਜ਼ ਹੁੰਦਾ ਚੱਲਣਾ। ਆਪਾਂ ਕਹਿੰਦੇ ਆ ਜੇ ਕੋਈ ਮਾੜਾ ਵਰਤਾਵ ਕਰਦਾ ਹੋਵੇ, ਇਹਦਾ ਬੋਲ ਚਾਲ ਠੀਕ ਨਹੀਂ। ਸ਼ਬਦ ਵਰਤਦੇ ਆ ਬੋਲ ਚਾਲ, ਬੋਲਣਾ ਤੇ ਚੱਲਣਾ। ਸਿਆਣੇ ਪੁਰਸ਼ ਉਹ ਗੱਲ ਦਾ ਅੰਦਾਜ਼ਾ ਲਗਾ ਲੈਂਦੇ ਆ ਵੀ ਇਹਦੀ ਬੋਲ ਬਾਣੀ ਕਿਹੋ ਜਿਹੀ ਹੈ, ਤੇ ਨਾਲ ਹੀ ਦੱਸ ਦਿੰਦੇ ਆ ਵੀ ਇਹਦੀ ਚਾਲ ਵੇਖ ਕੇ ਮੈਂ ਦੱਸ ਦਿੱਤਾ ਬੰਦਾ ਠੀਕ ਨਹੀਂ। ਚੱਲਣ ਦਾ ਸਟਾਈਲ ਤੇ ਵਿਦਵਾਨ ਸੱਜਣ ਤੇ ਕਹਿੰਦੇ ਨੇ ਬੰਦਾ ਪਛਾਣਿਆ ਹੀ ਤਿੰਨਾਂ ਕਾਰਨਾਂ ਕਰਕੇ ਜਾਂਦਾ ਹੈ। ਰਫਤਾਰ, ਤੁਰਨਾ, ਚਾਲ, ਗੁਫਤਾਰ, ਗੁਫਤਾਰ ਮੀਨਜ਼ ਗੱਲਬਾਤ, ਬੋਲਣਾ, ਤੇ ਦਸਤਾਰ। ਇਹ ਤਿੰਨ ਕਾਰਨ ਵਿਦਵਾਨਾਂ ਮੰਨੇ ਨੇ ਪਰਖ ਦੇ। ਬੋਲ ਚਾਲ ਤੇ ਆਪਾਂ ਸੁਣਦੇ ਹਾਂ, ਪਤਾ ਇਹ ਬੋਲ ਚਾਲ ਠੀਕ ਨਹੀਂ, ਚੱਲਣਾ ਤੇ ਬੋਲਣਾ। ਕਹਿੰਦੇ ਰਫਤਾਰ, ਗੁਫਤਾਰ ਤੇ ਦਸਤਾਰ, ਇਹਨਾਂ ਤੋਂ ਪਰਖ ਹੈ। ਜੇ ਕੋਈ
ਤੇਜ਼ ਚੱਲਦਾ ਹੈ ਤੇ ਉਹਦੇ ਨਾਲ ਹੌਲੀ ਚੱਲਣ ਵਾਲਾ ਚੱਲ ਨਹੀਂ ਸਕਦਾ। ਕਿਉਂ? ਕਿਉਂਕਿ ਉਹਦੀ ਚਾਲ ਤੇਜ਼ੀ ਵਾਲੀ ਹੈ, ਦੂਸਰੇ ਦੀ ਹੌਲੀ ਹੈ। ਤੇ ਇੱਥੇ ਚੱਲਣ ਦੀ ਗੱਲ ਜਿਹੜੀ ਹੈ, ਗੁਰ ਕੀ ਚਾਲ ਗੁਰੂ ਤੇ ਜਾਪੇ। ਜਿਹੜੀ ਗੁਰੂ ਜੀ ਦੀ ਚਾਲ ਹੈ ਇਹ ਕਿਹੋ ਜੀ ਹੈ? ਇਹ ਗੁਰੂ ਕੋਲੇ ਜਾਣਿਆ ਜਾ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਗਾਡੀ ਰਾਹ ਚਲੰਦਾ, ਆ ਹੈ ਗੁਰੂ ਦੀ ਚਾਲ। ਜੋ ਗੁਰੂ ਵੱਲ ਆਪਣਾ ਮੁਖ ਕਰ ਲੈਂਦਾ ਹੈ, ਉਹ ਗੁਰੂ ਦੇ ਦੱਸੇ ਹੋਏ ਗਾਡੀ ਰਾਹ ਤੇ ਚੱਲਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੱਕ ਉਹਨਾਂ 500 ਤੋਂ ਵੀ ਵਧੇਕ ਸਮਾਂ ਲਾ ਕਰਕੇ ਇਸ ਗਾਡੀ ਰਾਹ ਤੇ ਸਾਨੂੰ ਤੋਰਿਆ ਹੈ। ਜਿਹੜੇ ਆਪੋ ਆਪਣੀਆਂ ਚਾਲਾਂ ਚੱਲ ਰਹੇ ਸਨ, ਵੱਖੋ ਵੱਖਰੇ ਰਸਤਿਆਂ ਤੇ ਪਏ ਸਨ, ਮਾਲਕ ਜੀ ਨੇ ਗਾਡੀ ਰਾਹ ਤੇ ਤੋਰਿਆ। ਖਿਮਾ ਕਰਨਾ, ਅੱਜ ਫੇਰ ਅਸੀਂ ਉਸ ਰਾਹ ਤੋਂ ਭਟਕ ਕੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲਦੇ, ਆਪੋ ਆਪਣੇ ਰਸਤੇ ਬਣਾ ਲਏ ਨੇ। ਗਾਡੀ ਰਾਹ ਉਹ ਹੁੰਦਾ ਹੈ ਜਿੱਥੋਂ ਗੱਡਾ ਲੰਘਦਾ ਹੈ ਤੇ ਗੱਡਾ ਲੰਘ ਕੇ ਗੱਡੇ ਗੱਡੀਆਂ ਰਸਤੇ ਤੋਂ ਜਿਹੜੀ ਪਹੀ ਹੁੰਦੀ ਹੈ, ਪਹਾ ਹੁੰਦਾ ਹੈ, ਉਹਦੇ ਵਿੱਚ ਲੀਹਾਂ ਬਣ ਜਾਂਦੀਆਂ ਨੇ ਉਹਨਾਂ ਟਾਇਰਾਂ ਦੀਆਂ, ਗੱਡਿਆਂ ਦੇ ਪਹੀਆਂ ਦੀਆਂ। ਬਲਦ ਨੂੰ ਤੁਸੀਂ ਖੇਤੋਂ ਉੱਦਾਂ ਹੀ ਛੱਡ ਦਿਓ ਗੱਡੀ ਦੇ ਨਾਲ ਤੇ ਉਹ ਗਾਡੀ ਰਾਹ ਦੇ ਵਿੱਚ ਪੈ ਕਰਕੇ, ਲੀਹ 'ਚ ਪੈ ਕਰਕੇ ਘਰੇ ਪਹੁੰਚ ਜਾਂਦਾ ਹੈ। ਕਿਉਂਕਿ ਉਹ ਲੀਹ ਦੇ ਵਿੱਚ ਗੱਡੇ ਦੇ ਜਿਹੜੇ ਟਾਇਰ ਨੇ, ਪਹੀਏ ਨੇ। ਤੇ ਮਾਲਕ ਜੀ ਕਹਿੰਦੇ, ਜੇ ਤੂੰ ਹੇ ਭਾਈ ਮਾਲਕ ਪਰਮੇਸ਼ਰ ਪ੍ਰਮਾਤਮਾ ਰੱਬ ਜੀ ਦੀ ਖੁਸ਼ੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਰਸਤੇ ਤੋਂ ਚੱਲ ਜਿਹੜਾ ਰਸਤਾ ਗੁਰੂ ਜੀ ਨੇ ਬਣਾਇਆ ਹੈ ਤੇ ਗੁਰੂ ਨੇ ਦੱਸਿਆ ਹੈ, ਤੇ ਉਸ ਰਸਤੇ ਤੇ ਸਾਨੂੰ ਤੋਰਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹਨ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੇ ਗੁਰ ਚਾਲੀ। ਕਹਿੰਦੇ ਕਿਵੇਂ ਚੱਲ ਸਕਦੇ ਹਾਂ ਅਸੀਂ? ਅੰਨੇ ਆ। ਕਿਉਂਕਿ ਬਲਦ ਤੇ ਦੇਖ ਸਕਦਾ ਵੀ ਕਿਹੜਾ ਰਸਤਾ, ਉਸ ਹਿਸਾਬ ਦੇ ਨਾਲ ਬਲਦ ਸਿਆਣਾ ਹੈ, ਉਹ ਚੱਲ ਸਕਦਾ ਹੈ। ਅਸੀਂ ਤੇ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਨੇ, ਕਿਉਂਕਿ ਅਗਿਆਨਤਾ ਅਵਿਦਿਆ ਦੇ ਵਿੱਚ ਅੰਨੇ ਹੋ ਗਏ। ਵਿਸ਼ੇ ਵਿਕਾਰਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਅੰਨੇ ਹੋ ਗਏ। ਅਸੀਂ ਉਸ ਰਸਤੇ ਨੂੰ ਅਖਤਿਆਰ ਕਰ ਲਿਆ, ਚੁਣ ਲਿਆ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਫਿਰ ਕਹਿੰਦੇ ਗੁਰੂ ਦੇ ਸਿੱਖੋ ਮਿੱਤਰੋ, ਕਹਿੰਦੇ ਜੇ ਉਸ ਰਸਤੇ ਤੇ ਚੱਲਾਂਗੇ, ਜੋ ਗੁਰ ਕਹੇ ਸੋਈ ਭਲ ਮੰਨੋ। ਜਿਹੜੀ ਗੱਲ ਗੁਰੂ ਜੀ ਨੇ ਕਹਿ ਦਿੱਤੀ ਉਹਨੂੰ ਭਲਾ ਕਰਕੇ ਮੰਨਣਾ, ਇਹ ਹੈ ਗੁਰੂ ਦੇ ਰਸਤੇ ਤੇ ਚੱਲਣਾ। ਹਰ ਹਰ ਕਥਾ ਨਿਰਾਲੀ। ਪਰ ਇਹ ਬਹੁਤ ਕਠਿਨ ਗੱਲ ਹੈ। ਗੁਰੂ ਦੀ ਗੱਲ ਦੇ ਉੱਤੇ ਯਕੀਨ ਕਰਕੇ, ਮੰਨ ਕਰਕੇ ਤੇ ਫਿਰ ਉਹਨੂੰ ਹਿਰਦੇ 'ਚ ਵਸਾ ਕਰਕੇ ਉਹਦੇ ਤੇ ਪਹਿਰਾ ਦੇਣਾ। ਮਹਾਰਾਜ ਕਹਿੰਦੇ ਆ, ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ, ਕਰਤਾ ਆਪ ਅਭੁੱਲ ਹੈ, ਨਾ ਭੁੱਲੇ ਕਿਸੇ ਦਾ ਭੁਲਾਇਆ। ਉਹ ਮਾਲਕ ਜੀ ਅਭੁੱਲ ਨੇ, ਉਹਨਾਂ ਨੂੰ ਪਤਾ ਹੈ ਵੀ ਕਿਹੜਾ ਰਸਤਾ ਚੰਗਾ ਹੈ, ਕਿਹੜਾ ਮਾੜਾ। ਸਾਨੂੰ ਸਹੀ ਰਸਤੇ ਤੇ ਤੋਰਿਆ ਹੈ। ਅਸੀਂ ਗੁਰੂ ਦੀ ਗੱਲ ਨੂੰ ਨਹੀਂ ਸੁਣਦੇ, ਅਸੀਂ ਆਪਣੀ ਮਰਜ਼ੀ ਕਰਕੇ ਆਪਣੇ ਰਸਤਿਆਂ ਤੇ ਚੱਲਦੇ ਹਾਂ। ਪਰ ਜਿਹੜਾ ਗੁਰੂ ਦਾ ਸਿੱਖ ਹੈ, ਉਹ ਔਕਟ ਘਾਟੀ ਤੇ ਚੱਲਦਾ ਹੈ, ਕਿਉਂਕਿ ਉਸ ਰਸਤੇ ਤੇ ਗੁਰੂ ਦੇ ਦਿੱਤੇ ਕੋਈ ਬਿਰਲਾ ਚੱਲਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਦੁਨੀਆ ਦੇ ਲੋਕ ਜਿਸ ਰਸਤੇ ਤੇ ਚੱਲ ਰਹੇ ਆ ਨਾ, ਕਹਿੰਦੇ ਉੱਥੇ ਬਹੀਰਾਂ ਲੱਗ ਜਾਂਦੀਆਂ ਨੇ, ਲਾਈਨਾਂ ਲੱਗ ਜਾਂਦੀਆਂ ਨੇ, ਉਹ ਰਸਤੇ ਜਾਮ ਹੋ ਜਾਂਦੇ ਆ। ਆਮ ਰਸਤੇ ਦੀ ਆਪਾਂ ਗੱਲ ਕਰੀਏ, ਜਿਹੜੇ ਆਮ ਰਸਤੇ ਹੈ ਉਹਨਾਂ ਦੇ ਉੱਤੇ ਟ੍ਰੈਫਿਕ ਜਾਮ ਹੋ ਜਾਂਦਾ, ਸਾਰੇ ਲੋਕ ਉਹਦੇ ਮਗਰ ਚੱਲੀ ਜਾਂਦੇ ਆ ਵੀ ਜਿੱਧਰ ਨੂੰ ਜਾਏਗਾ। ਮੰਨ ਲਓ ਕਿਤੇ ਕੋਈ ਰਸਤਾ ਜਾਮ ਹੋ ਗਿਆ ਹੈ, ਟ੍ਰੈਫਿਕ ਲੱਗ ਗਿਆ,
ਤੇ ਇੱਕ ਨੇ ਗੱਡੀ ਕੱਢ ਲਈ ਤੇ ਭਾਵੇਂ ਉਹ ਰਸਤਾ ਅੱਗੇ ਬਲੌਕ ਹੈ, ਦੂਸਰੇ ਨੇ ਦੇਖਿਆ ਵੀ ਇਹਨੇ ਵੀ ਕੱਢ ਲਈ, ਉਹਨੇ ਵੀ ਮਗਰ ਹੀ ਲਾ ਲਈ, ਭੇਡਾਂ ਚਾਲ ਵਾਂਗੂ ਵੀ ਮਗਰ ਮਗਰੋਂ। ਭਗਤ ਜੀ ਕਹਿੰਦੇ ਐ, ਕਬੀਰ ਜੇ ਮਾਰਗ ਪੰਡਤ ਗਏ, ਪਾਛੇ ਪਰੀ ਬਹੀਰ। ਬਹੀਰਾਂ ਲੱਗ ਗਈਆਂ। ਪੰਡਤ ਮੀਨਜ ਜਿਹੜੇ ਗਿਆਨਵਾਨ ਲੋਕ, ਆਪਣੇ ਆਪ ਨੂੰ ਵਿਵੇਕ ਬੁੱਧ ਵਾਲੇ, ਸਿਆਣੇ ਸਮਝਣ ਵਾਲੇ, ਆਪਣੀ ਦੱਸੇ ਆਪਣੀ ਮਰਜ਼ੀ ਦੇ ਅਨੁਸਾਰ ਹੀ ਜਿਹੜੇ ਕੰਮ ਕਰਨ ਲੱਗ ਗਏ। ਤੇ ਲੋਕ ਵੀ ਕਹਿੰਦੇ ਵੀ ਸਿਆਣੇ ਆ, ਮਗਰ ਹੀ ਤੁਰ ਪਏ ਅੱਖਾਂ ਮੀਚ ਕੇ। ਪਾਛੇ ਪਰੀ ਬਹੀਰ, ਇੱਕ ਔਕਟ ਘਾਟੀ ਰਾਮ ਕੀ, ਤੇ ਚੜ ਰਹੇ ਹੋ ਕਬੀਰ। ਘਾਟੀ ਦੇ ਉੱਤੇ ਚੜੇ ਕਬੀਰ ਜੀ, ਉਹ ਲੀਹਾਂ ਬਣਾਈਆਂ, ਉਹ ਰਸਤੇ ਬਣਾਏ ਜਿਹੜੇ ਦੁਨੀਆ ਵਾਲੇ ਨਹੀਂ। ਉਹਨਾਂ ਰਸਤਿਆਂ ਦੇ ਵਿੱਚੋਂ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੰਗਲਾਂ ਵਾਲਿਆਂ ਵਿੱਚੋਂ ਗੁਜਰੇ, ਤੇ ਜਿਹੜੇ ਰਸਤਿਆਂ ਵਿੱਚੋਂ ਗੁਜਰੇ ਅੱਜ ਉੱਥੇ ਪੱਕੀਆਂ ਸੜਕਾਂ ਗੋਬਿੰਦ ਮਾਰਗ ਬਣ ਗਏ। ਕਿਉਂਕਿ ਉਹ ਰਸਤੇ ਨਹੀਂ ਸੀ, ਸ਼ਾਹੀ ਮਾਰਗ ਨਹੀਂ ਸੀ। ਉਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਰੱਬ ਦਾ ਭਗਤ ਜਿਹੜਾ, ਉਹ ਜਿਹੜਾ ਆਪਣੀ ਚਾਲੇ ਚੱਲਦਾ, ਪਰਮੇਸ਼ਰ ਦੇ ਦੱਸੇ ਅਨੁਸਾਰ ਉਹਦੇ ਹੁਕਮ ਵਿੱਚ ਰਹਿ ਕੇ ਉਹ ਰਸਤੇ ਤੇ ਚੱਲਦਾ ਹੈ। ਤੇ ਉਹ ਰਸਤੇ ਤੇ ਜਿਹੜਾ ਚੱਲਦਾ ਹੈ, ਉਹ ਮਾਲਕ ਦੀ ਖੁਸ਼ੀ ਨੂੰ ਪ੍ਰਾਪਤ ਕਰਦਾ ਹੈ। ਹਰੇਕ ਨੂੰ ਰਸਤਾ ਚੰਗਾ ਨਹੀਂ ਲੱਗਦਾ, ਕਿਉਂਕਿ ਉਸ ਰਸਤੇ ਤੇ, ਗੁਰੂ ਵਾਲੇ ਦਾ ਰਸਤੇ ਦੇ ਉੱਤੇ ਰੌਣਕ ਨਹੀਂ। ਬੰਦਾ ਰੌਣਕ ਵੇਖਦਾ ਹੈ, ਬੰਦਾ ਦੇਖਦਾ ਆਲਾ ਦੁਆਲਾ, ਤੇ ਹਰੇਕ ਬੰਦਾ ਗੁਰੂ ਦੇ ਰਸਤੇ ਤੇ ਕਿਉਂ ਨਹੀਂ ਚੱਲਦਾ? ਕਿਉਂਕਿ ਇਹ ਰਸਤਾ ਕਠਨ ਜਾਪਦਾ ਹੈ। ਭਗਤਾਂ ਕੀ ਚਾਲ ਨਰਾਲੀ, ਚਾਲਾ ਨਰਾਲੀ ਭਗਤਾਂ ਕੀਰੀ, ਵਿਖਮ ਮਾਰਗ ਚੱਲਣਾ ਇਹ ਵਿਖਮ ਹੈ, ਕਠਨ ਹੈ। ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਬਾਲੋਂ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀਆ ਬਤਜਿਆ, ਹਰ ਬਾਸਨਾ ਸਮਾਣੀ ਕਹਿ ਨਾਨਕ, ਚਾਲ ਭਗਤਾਂ ਜੁਗੋ ਜੁਗ ਨਰਾਲੀ। ਵੱਖੋ ਵੱਖਰੀ ਵੱਖਰੀ ਚਾਲ ਹੈ ਸੰਸਾਰੀਆਂ ਦੇ ਨਾਲੋਂ ਤੇ ਨਿਰੰਕਾਰੀਆਂ ਦੀ ਜਿਹੜੀ ਚਾਲ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਹ ਜੋੜ ਨਹੀਂ, ਕਿਉਂਕਿ ਉਹ ਜਿਹੜਾ ਰਸਤਾ ਹੈ ਗੁਰੂ ਦਾ ਉਹ ਵੱਖਰਾ ਹੈ। ਕਦੀ ਵੀ ਭਾਈ ਮੱਖੀਆਂ ਨੂੰ ਸੁਗੰਧੀ ਚੰਗੀ ਨਹੀਂ ਲੱਗੇਗੀ, ਕਿਉਂਕਿ ਮੱਖੀ ਜਿਹੜੀ ਹੈ ਨਾ, ਉਹ ਗੰਦਗੀ ਤੇ ਉੱਤੇ ਵਿਸ਼ਟਾ ਤੇ ਬੈਠਦੀ ਜ਼ਿਆਦਾ, ਉਹਨਾਂ ਨੂੰ ਸੁਗੰਧੀ ਚੰਗੀ ਨਹੀਂ ਲੱਗਦੀ। ਉੱਲੂ ਨੂੰ ਕਦੀ ਵੀ ਸੂਰਜ ਚੰਗਾ ਨਹੀਂ ਲੱਗਦਾ, ਉਹ ਹਨੇਰਾ ਹੀ ਭਾਲਦਾ, ਹਨੇਰਾ ਭਾਲਦਾ ਨਾ। ਇਸੇ ਤਰ੍ਹਾਂ ਹੀ ਚੋਰ ਨੂੰ ਕਦੀ ਵੀ ਚੰਦ ਦੀ ਚਾਨਣੀ ਚੰਗੀ ਨਹੀਂ ਲੱਗਦੀ, ਉਹ ਹਮੇਸ਼ਾ ਹੀ ਡਾਰਕ ਮੱਸਿਆ ਦੀ ਰਾਤ ਹੀ ਮੰਗਦਾ ਵੀ ਹਨੇਰਾ ਹੀ ਹੋਵੇ। ਇਹੀ ਫਿਤਰਤ ਸਾਡੀ ਆ। ਅਸੀਂ ਗੁਰੂ ਦੇ ਦੱਸੇ ਰਸਤੇ ਤੇ ਚੱਲ ਨਹੀਂ ਸਕਦੇ, ਕਿਉਂਕਿ ਇਹ ਬਿਲਕੁਲ ਜਿਵੇਂ ਉੱਲੂ ਵਾਲੀ ਹਾਲਤ ਹੈ। ਉੱਲੂ ਨੂੰ ਦਿਨ ਚੰਗਾ ਨਹੀਂ ਲੱਗਦਾ, ਚਾਨਣਾ ਚੰਗਾ ਨਹੀਂ ਲੱਗਦਾ, ਉਸੇ ਤਰ੍ਹਾਂ ਮਨਮੁਖ ਨੂੰ ਗੁਰਮਤ ਚੰਗੀ ਨਹੀਂ ਲੱਗਦੀ, ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ। ਬਿਲਕੁਲ ਜਿਵੇਂ ਸੁਗੰਧੀ ਚੰਗੀ ਨਹੀਂ ਲੱਗਦੀ ਮੱਖੀ ਨੂੰ, ਅਤੇ ਚੋਰ ਨੂੰ ਚਾਂਦਨੀ ਚੰਗੀ ਨਹੀਂ ਲੱਗਦੀ, ਬਿਲਕੁਲ ਇਹ ਹਾਲ ਸਾਡੇ ਹੈ। ਕਿਉਂਕਿ ਇਹ ਗੁਰੂ ਦੇ ਕੋਲੋਂ, ਮਹਾਰਾਜ ਦੇ ਕੋਲੋਂ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਮਹਾਰਾਜ ਦੀ ਬਖਸ਼ਿਸ਼ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਯੂਨਾਨ ਦਾ ਪ੍ਰਸਿੱਧ ਵਿਦਵਾਨ ਸੁਕਰਾਤ ਜੀ ਤੇ ਪਾਬੰਦੀ ਲੱਗ ਗਈ, ਕਹਿੰਦੇ ਤੂੰ ਕੁਫਰ ਤੋਲਦਾ, ਕੁਫਰ ਤੂੰ ਵੱਖਰੀ ਗੱਲ ਕਰਦਾ। ਕਹਿੰਦੇ ਜਿਹੜੀਆਂ ਤੇਰੀਆਂ ਲਿਖਤਾਂ ਨੇ ਉਹਨਾਂ ਨੂੰ ਮਿਟਾ ਦੇ। ਰੌਲਾ ਇਹੀ ਸੀ ਨਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਮਹਾਰਾਜ ਹਕੂਮਤ ਦੇ ਨਾਲ ਕਿਉਂ ਲੱਗੀ, ਕਿਉਂ ਟੱਕਰ ਲੱਗੀ? ਬਾਬਰ ਨੂੰ ਜਾਬਰ ਕਿਉਂ ਕਿਹਾ ਗੁਰੂ ਨਾਨਕ ਸਾਹਿਬ ਨੇ? ਕਿਉਂ ਔਰੰਗਜ਼ੇਬ ਦੇ ਨਾਲ ਮੱਥਾ ਲਾਇਆ? ਔਰੰਗਜ਼ੇਬ ਕਹਿੰਦਾ ਸੀ ਨਾ ਗੁਰੂ ਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਨੂੰ, ਕਹਿੰਦਾ ਇਸ ਧਰਤੀ ਦੇ ਉੱਤੇ ਕੇਵਲ ਮੈਂ ਬਾਦਸ਼ਾਹ ਆ, ਮੈਂ ਬਾਦਸ਼ਾਹ। ਅੱਲਾਹ ਤਾਲਾ ਨੇ ਮੈਨੂੰ ਬਾਦਸ਼ਾਹ ਪਾਤਸ਼ਾਹ ਬਣਾ ਕੇ ਭੇਜਿਆ ਹੈ। ਕਹਿੰਦਾ ਬਰਾਬਰੀ ਨਾ ਕਰੋ ਮੇਰੀ, ਕਿਉਂਕਿ ਕੰਨ ਭਰ ਦਿੱਤੇ ਨਾ ਲੋਕਾਂ ਨੇ ਵੀ ਉਹ ਬਾਦਸ਼ਾਹ ਚਵਰ ਛਤਰ ਤਖਤ ਦੇ ਮਾਲਕ ਆ,
ਚੌਰ ਵੀ ਹੁੰਦੀ ਹੈ, ਛਤਰ ਵੀ ਝੁੱਲਦਾ ਹੈ, ਤੇ ਤਖਤ ਦੇ ਉੱਚੇ ਬਹਿੰਦੇ ਹੈ। ਤੇਰੀ ਬਰਾਬਰੀ ਕਰਕੇ ਤੇਰਾ ਰਾਜ ਭਾਗ ਖੋਹ ਲੈਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਾ ਭਾਈ, ਇਹ ਤੇਰਾ ਵਹਿਮ ਹੈ ਕਿ ਮੈਂ ਹੀ ਬਾਦਸ਼ਾਹ। ਸਾਨੂੰ ਸਾਰਿਆਂ ਨੂੰ ਰੱਬ ਨੇ ਇਸ ਧਰਤੀ ਤੇ ਬਾਦਸ਼ਾਹ ਮਨੁੱਖਾ ਜਨਮ ਦੇ ਕੇ ਭੇਜਿਆ। ਬਾਦਸ਼ਾਹ ਵਾਲਾ ਸਾਡਾ ਰੂਪ ਹੈ। ਬਚਨ ਵੀ ਕਰਦੇ ਨੇ ਨਾ ਮਹਾਰਾਜ ਸੱਚੇ ਪਾਤਸ਼ਾਹ। ਭਗਤ ਰਵਿਦਾਸ ਜੀ ਦਾ ਬਚਨ ਹੈ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ, ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗੱਤ ਪਈ ਹਮਾਰੀ। ਭਗਤ ਰਵਿਦਾਸ ਜੀ ਕਹਿੰਦੇ ਇੱਕ ਰਾਜਾ ਆਪਣੀ ਕੁਰਸੀ ਤੇ ਬੈਠਾ ਬੈਠਾ ਸੌਂ ਗਿਆ। ਸੁੱਤਾ ਜਦੋਂ ਅੱਖ ਲੱਗ ਗਈ, ਉਹਦੀ ਕੁਦਰਤੀ ਅੱਖ ਦੇ ਜਦੋਂ ਲੱਗੀ ਨਾ, ਉਹਦੀ ਸੁਪਨਾ ਆ ਗਿਆ। ਸੁਪਨੇ ਦੇ ਵਿੱਚ ਉਹ ਭਿਖਾਰੀ ਬਣਿਆ, ਲੋਕਾਂ ਦੇ ਦਰ ਤੇ ਮੰਗਦਾ ਫਿਰਦਾ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਰਾਜ ਹੁੰਦਿਆਂ ਹੁੰਦਿਆਂ ਉਹ ਭਿਖਾਰੀ ਬਣ ਕੇ ਮੰਗਦਾ ਫਿਰਦਾ ਹੈ। ਕਿਸੇ ਦਰ ਦੇ ਉੱਤੇ ਮੰਗਣ ਵਾਸਤੇ ਠੂਠਾ ਅੱਗੇ ਕੀਤਾ, ਕੁੱਤਾ ਭੱਜ ਕੇ ਪੈਰਾਂ ਨੂੰ ਪੈ ਗਿਆ। ਇੱਕਦਮ ਜਦੋਂ ਕੁੱਤਾ ਪਿਆ ਤੇ ਉਹਨੇ ਲੱਤ ਫੜ ਲਈ ਤੇ ਚੀਕ ਮਾਰੀ, ਤੇ ਇੱਕਦਮ ਅੱਖ ਖੁੱਲੀ ਤੇ ਦੇਖਿਆ ਮੈਂ ਤੇ ਆਸਣ ਤੇ ਬੈਠਾ, ਆਪਣੀ ਕੁਰਸੀ ਤੇ ਬੈਠਾ। ਭਗਤ ਰਵਿਦਾਸ ਜੀ ਕਹਿੰਦੇ ਬਿਲਕੁਲ ਉਹੀ ਹਾਲਤ ਸਾਡੀ ਆ। ਉਹ ਰਾਜੇ ਦੀ ਤਾਂ ਲੱਤ ਕੁੱਤੇ ਨੇ ਫੜ ਲਈ ਤੇ ਉਹਨੂੰ ਜਾਗ ਆ ਗਈ, ਸੁਪਨਾ ਟੁੱਟ ਗਿਆ। ਸਾਡਾ ਸੁਪਨਾ ਟੁੱਟਦਾ ਹੀ ਨਹੀਂ ਸਾਰੀ ਉਮਰ, ਅਸੀਂ ਸੁਪਨੇ ਦੇ ਵਿੱਚ ਹੀ ਉਮਰ ਗਵਾ ਦਿੰਦੇ ਆ। ਹੈ ਅਸੀਂ ਵੀ ਰਾਜੇ ਬਣ ਕੇ ਆਏ ਆ ਸੰਸਾਰ ਦੇ ਉੱਤੇ। ਇਸ ਧਰਤੀ ਮੈਂ ਤੇਰੀ ਸਕਦਾਰੀ, 84 ਲੱਖ ਜੂਨੀ ਦਾ ਸਰਦਾਰ ਮਨੁੱਖ ਜਨਮ ਦੇ ਕੇ ਮਹਾਰਾਜ ਨੇ ਇਸ ਧਰਤੀ ਤੇ ਸਾਨੂੰ ਭੇਜਿਆ। ਅਬਰ ਜੂਨ ਤੇਰੀ ਪਨਹਾਰੀ, ਪਾਣੀ ਭਰਨ ਵਾਲੀ ਜੂਨ ਤੇਰੀ ਸਾਰੀ, ਤੂੰ ਰਾਜਾ ਬਣ ਕੇ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ, ਕਹਿੰਦੇ ਰਾਜਾ ਜਿਹੜਾ ਹੈ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਰਾਜਾ ਤੇ ਪ੍ਰਮਾਤਮਾ ਹੈ, ਅੱਲਾਹ ਤਾਲਾ ਜਿਹਨੂੰ ਤੂੰ ਕਹਿੰਦਾ ਵੀ ਮੈਂ ਰਾਜਾ ਇਸ ਬਾਦਸ਼ਾਹ ਹਾਂ ਧਰਤੀ ਦਾ। ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ। ਕਹਿੰਦੇ ਫਿਰ ਤੂੰ ਰਾਜਿਆਂ ਵਾਲੇ ਕੰਮ ਕਿਉਂ ਨਹੀਂ ਕਰਦਾ? ਰਾਜੇ ਦਾ ਕੰਮ ਹੁੰਦਾ ਪਰਜਾ ਨੂੰ ਸੁੱਖ ਦੇਣਾ, ਤੇ ਤੂੰ ਤੇ ਦੁੱਖ ਦੇ ਰਿਹਾ। ਦੇਖੋ ਇਹ ਹਿੰਮਤ ਕਿਹਦੇ ਵਿੱਚ ਹੈ? ਗੁਰੂ 'ਚ। ਤੇ ਤਾਂ ਹੀ ਉਹਨੂੰ ਸੱਤੀ ਕੱਪੜੀ ਅੱਗ ਲੱਗ ਗਈ ਨਾ, ਗੁਰੂ ਸਾਹਿਬ ਜੀ ਦਾ ਦੁੱਖੀ ਦੁਸ਼ਮਣ ਬਣਿਆ ਉਹ। ਕਿਉਂਕਿ ਜਿਹੜੀ ਸੱਚ ਦੀ ਗੱਲ ਹੈ, ਅਣਖ ਦੀ ਗੱਲ ਹੈ, ਜੁਰਤ ਦੀ ਗੱਲ ਹੈ, ਉਹ ਗੁਰੂਆਂ ਨੇ ਕੀਤੀ। ਤੇ ਉਸ ਵਿਚਾਰਧਾਰਾ ਨੂੰ ਦਬਾਉਣ ਵਾਸਤੇ ਹੀ ਉਸੇ ਦਿਨ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸੀ, ਜਿਸ ਦਿਨ ਤੋਂ ਸਦੀਆਂ ਤੋਂ ਚੱਲੀ ਆ ਰਹੀ ਜਨੇਊ ਦੀ ਪਰੰਪਰਾ ਨੂੰ 9 ਸਾਲ ਦੀ ਉਮਰ ਦੇ ਵਿੱਚ ਬਾਬਾ ਨਾਨਕ ਜੀ ਨੇ ਇਹ ਕਹਿ ਕੇ ਦੁਰਕਾਰ ਦਿੱਤਾ ਸੀ, ਜਿਹੜਾ ਜਨੇਊ ਇੱਕ ਬੰਦੇ ਔਰਤ ਤੇ ਮਰਦ ਦੇ ਵਿੱਚ ਫਰਕ ਪੈਦਾ ਕਰ ਰਿਹਾ ਹੈ, ਪਾ ਰਿਹਾ ਹੈ, ਭੇਦ ਭਾਵ ਪਾ ਰਿਹਾ ਹੈ, ਵਿਤਕਰਾ ਪਾ ਰਿਹਾ ਹੈ, ਤੇ ਐਸੇ ਜਨੇਊ ਨਹੀਂ ਮੈਂ ਨਹੀਂ ਮੰਨਦਾ। ਇਹ ਔਰਤਾਂ ਦੇ ਕਿਉਂ ਨਹੀਂ ਪੈਂਦਾ? ਮੇਰੀ ਭੈਣ ਦੇ ਕਿਉਂ ਨਹੀਂ ਪਾਇਆ? ਤੇ ਫਿਰ ਇਹ ਜਨੇਊ ਮੇਰੇ ਆਹ ਪਾਓ, ਦਇਆ ਕਪਾ ਸੰਤੋਖ ਸੂਤ ਵਾਲਾ। ਆਸਾ ਕੀ ਬਾਰ ਚ ਮਹਾਰਾਜ ਦਾ ਸ਼ਬਦ ਹੈ ਸਾਰਾ, ਵੀ ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ। ਕਹਿੰਦੇ ਇਹ ਜਿਹੜਾ ਨਾ ਜਾਂਦਾ ਹੈ ਉਹ ਮਨੁੱਖ ਧਨ ਹੈ, ਜਿਹੜਾ ਇਹ ਗਲ ਵਿੱਚ ਗੁਣਾਂ ਦਾ ਜਨੇਊ ਪਾਉਂਦਾ ਹੈ। ਇਹ ਗੁਰੂ ਦੀ ਚਾਲ ਹੈ ਜੀ। ਗੁਰੂ ਨੇ ਜਿਹੜੀ ਚਾਲ ਦੱਸੀ ਆ ਵੀ ਆਹ ਚਾਲ ਤੇ ਚੱਲਣਾ, ਜਿਹੜਾ ਉਹ ਚਾਲ ਨੂੰ ਅਖਤਿਆਰ ਕਰਦਾ ਹੈ, ਉਹ ਚਾਲ ਦੇ ਅਨੁਸਾਰ ਚੱਲਦਾ ਹੈ, ਗੁਰੂ ਦੇ ਦੱਸੇ ਰਸਤੇ, ਉਹ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦਾ ਹੈ। ਤੇ ਇਹ ਗੁਰੂ ਜੀ ਦੇ ਦੱਸੇ ਹੋਏ ਸਿਧਾਂਤ ਨੂੰ ਖਤਮ ਕਰਨਾ ਉਸੇ ਦਿਨ ਤੋਂ ਹੀ ਲਾਗੂ ਹੋ ਗਿਆ ਸੀ। ਜਿਹੜੇ ਉੱਚ ਜਾਤੀਏ ਲੋਕ ਸੀ, ਉਹ ਮਹਾਰਾਜ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੇ ਲਈ ਅੱਡੀਆਂ ਦਾ ਜ਼ੋਰ ਲਾ ਲਿਆ ਉਹਨਾਂ ਨੇ। ਗੁਰੂ ਗੋਬਿੰਦ ਸਾਹਿਬ ਮਹਾਰਾਜ ਤੱਕ ਤਾਂ ਇਹ ਸਾਰਾ ਬਾਬੇ ਕੇ ਤੇ ਬਾਬਰਕਿਆਂ ਦੀ ਜਿਹੜੀ ਹੈ ਇਹ ਸ਼ੁਰੂ ਤੋਂ ਲੱਗਦੀ ਆ ਰਹੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਕਾਲ ਤੱਕ। ਹੁਣ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਹਮਲੇ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਤੇ ਹਮਲੇ ਹੈ। ਅਲੱਗ ਅਲੱਗ ਇਤਿਹਾਸ ਦੀਆਂ ਸਾਖੀਆਂ ਤਰੋੜ ਮਰੋੜ ਪੇਸ਼ਕਾਰੀ, ਕੋਈ ਕਹਿੰਦਾ ਜੀ ਇਸ ਤਰ੍ਹਾਂ, ਕੋਈ ਕਹਿੰਦਾ ਜੀ ਇਸ ਤਰ੍ਹਾਂ, ਅਲੱਗ ਅਲੱਗ ਮਹਾਰਾਜ ਦੇ ਸਿਧਾਂਤਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਸਿੱਖੀ ਸਰੂਪ ਦੇ ਵਿੱਚ RSS ਦੇ ਜਿਹੜੇ ਰਾਸ਼ਟਰੀ ਸੰਗਠਨ ਦੇ ਜਿਹੜੇ ਪ੍ਰਚਾਰਕ ਵੀ ਉਹ ਥਾਪੇ ਗਏ ਹੈ। ਜਿਵੇਂ 84 ਤੋਂ 95 ਤੱਕ, 84 ਤੋਂ 95 ਤੱਕ ਖਾੜਕੂ ਮੂਵਮੈਂਟ ਨੂੰ ਖਤਮ ਕਰਨ ਵਾਸਤੇ ਨਕਲੀ ਸਿੱਖ ਬਣਾ ਕੇ ਵਿੱਚ ਵਾੜ ਕੇ ਇਹ ਮੂਵਮੈਂਟ ਨੂੰ ਦੱਬਿਆ ਗਿਆ ਸੀ। ਉਵੇਂ ਹੁਣ ਵੀ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਦੱਬਣ ਵਾਸਤੇ ਪੂਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਤਿਹਾਸ ਵਿੱਚ ਰਲਾ ਗੱਡ ਕੀਤੀ ਜਾ ਰਹੀ ਹੈ। ਬੇਨਤੀ ਕਰਦਾ ਸਾਂ ਕਿ ਜਿਹੜੇ ਸਰੂਪ, ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਆਪਾਂ ਕਹਿੰਦੇ ਆ, ਉਹ
ਕਿੱਥੇ ਗਏ, ਚੋਰੀ ਹੋ ਗਏ, ਕਿੱਥੇ